ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਇਸ ਵੇਲੇ ਅਸੀਂ ਖੇਤਾਂ 'ਚ ਖੜੇ ਹਾਂ। ਦਰਅਸਲ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਨੇ ਅੱਗੇ ਘਟਨਾਕ੍ਰਮ ਸ਼ੁਰੂ ਹੋਣਾ, ਪਰ ਇਸ ਦੇ ਵਿਚਾਲੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਨੂੰ ਲੈ ਕੇ, ਬੋਨਸ ਨੂੰ ਲੈ ਕੇ ਇਹ ਜਿਹੜੀ ਕੇਸ ਹੈ ਇਹ ਲੜਿਆ ਜਾ ਰਿਹਾ ਹੈ। ਇਸ ਤੋਂ ਬਿਨਾਂ ਉੱਥੇ ਇੱਕ ਸੁਝਾਅ ਦਿੱਤਾ ਗਿਆ ਹੈ ਕਿ ਜਿਹੜੇ ਕੋਈ ਪਰਾਲੀ ਨੂੰ ਅੱਗ ਲਾਉਣਗੇ, ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣਗੇ, ਉਹਨਾਂ ਨੂੰ MSP ਨਾ ਦਿੱਤੀ ਜਾਵੇ। ਤੇ ਇਸ ਵੇਲੇ ਸਾਡੇ ਨਾਲ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਨੇ, ਜਿਹੜੇ ਕਿਸਾਨਾਂ ਦੇ ਵੱਲੋਂ ਇਸ ਕੇਸ ਦੀ ਪੈਰਵੀ ਕਰ ਰਹੇ ਨੇ। ਅੱਜ ਵੀ ਇਹ ਅਪੀਅਰ ਹੋਏ ਨੇ, ਵੀਡੀਓ ਕਾਨਫਰੰਸਿੰਗ ਜਰੀਏ ਜਿਹੜੀ ਹੈ ਹੀਅਰਿੰਗ ਹੋਈ ਹੈ। ਬਾਗੜੀ ਸਾਹਿਬ ਤੋਂ ਹੀ ਸਮਝਾਂਗੇ ਕਿ ਕੀ ਕੁਝ ਹੁਣ ਤੱਕ ਹੋ ਚੁੱਕਿਆ, ਸੁਪਰੀਮ ਕੋਰਟ ਕੀ ਕਹਿ ਰਿਹਾ ਹੈ, ਸਰਕਾਰਾਂ ਕੀ ਕਹਿ ਰਹੀਆਂ ਨੇ, ਗੱਲ ਕਿੱਥੇ ਖੜੀ ਹੈ। ਬਾਗੜੀ ਸਾਹਿਬ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ। ਨਾਲ ਹੀ ਸਵਾਲ ਵੀ ਹੈ ਕਿ ਪਰਾਲੀ ਵਾਲੇ ਮਾਮਲੇ ਦੇ ਵਿੱਚ ਜੋ ਅੱਜ ਹੀਅਰਿੰਗ ਹੋਈ ਹੈ ਉਹਦੇ ਵਿੱਚ ਕੀ ਗੱਲਬਾਤ ਹੁਣ ਤੱਕ ਹੋਈ ਹੈ? देखो, जो पुराना इशू चल रहा सी MC ਮਹਿਤਾ ਦੇ ਵਿੱਚ ਇਹ ਪਟੀਸ਼ਨ ਲੱਗੀ ਸੀ ਕਿਉਂਕਿ ਦਿੱਲੀ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਝੋਨੇ ਨੂੰ ਪੰਜਾਬ ਤੇ ਹਰਿਆਣਾ ਔਰ ਈਸਟ ਯੂਪੀ 'ਚ ਅੱਗ ਲੱਗਦੀ ਹੈ ਤਾਂ ਉੱਥੇ ਪੋਲਿਊਸ਼ਨ 'ਚ ਵਾਧਾ ਹੁੰਦਾ ਹੈ। ਔਰ ਇਹ ਪਿਛਲੇ ਸਾਲ ਦੀ ਗੱਲ ਹੈ ਜਦੋਂ 4 ਨਵੰਬਰ 2019 ਨੂੰ ਸੁਪਰੀਮ ਕੋਰਟ ਨੇ ਇੱਥੋਂ ਤੱਕ ਕਿਹਾ ਸੀ ਕਿ ਵੀ ਕਿਸਾਨਾਂ ਦੇ ਪਰਚੇ ਦਿਓ, SHO ਜਾਂ SDM ਨਹੀਂ ਕਾਰਵਾਈ ਕਰਦਾ ਉਹਨਾਂ ਤੇ ਕਾਰਵਾਈ ਹੋਵੇ, ਪ੍ਰਿੰਸੀਪਲ ਸੈਕਟਰੀਜ਼ ਨੂੰ ਕਾਲ ਕਰ ਲਿਆ ਸੀ। ਪਰ 6 ਨਵੰਬਰ ਨੂੰ ਜਦੋਂ ਮੈਂ ਅਪੀਅਰ ਹੋ ਕੇ ਫਾਰਮਰਸ ਦਾ ਪੱਖ ਰੱਖਿਆ, ਸੁਪਰੀਮ ਕੋਰਟ ਨੇ ਅਬਜ਼ਰਵ ਕਰਤਾ ਸੀ ਵੀ ਜਿਹੜਾ ਕਿਸਾਨੀ ਹੈ, ਜਿਹੜਾ ਕਿਸਾਨ ਆ ਉਹ ਬੈਕਬੋਨ ਆਫ ਇਕਨੋਮੀ ਆਫ ਆਰ ਕੰਟਰੀ, ਇਹਨੂੰ ਮਾਰ ਕੇ ਅਸੀਂ ਜਿੰਦਾ ਨਹੀਂ ਰਹਿ ਸਕਦੇ। ਔਰ ਇਹ ਕਹਤਾ ਸੀ ਜਿਹੜੇ ਕਿਸਾਨਾਂ ਨੇ ਸਮਾਲ ਤੇ ਮਾਰਜਨਲ ਜਿਹੜੇ ਫਾਰਮਰਸ ਨੇ ਉਹਨਾਂ ਨੂੰ ਤੁਸੀਂ 2400 ਰੁਪਏ ਪ੍ਰਤੀ ਏਕੜ 7 ਦਿਨ ਦੇ ਵਿੱਚ ਦਿਓ। ਉਸ ਦੇ ਵਿੱਚ ਉਸੇ ਆਰਡਰ 'ਚ ਇੱਕ ਇਹ ਅੱਗੇ ਵਾਲਾ ਸਬਜੈਕਟ ਸੀ ਕਿ ਵੀ ਤੁਸੀਂ ਜਿਹੜੇ ਕਿਸਾਨ ਨੇ, ਛੋਟੇ ਕਿਸਾਨ ਨੇ, ਉਹਨਾਂ ਨੂੰ ਤੇ ਵੱਡਿਆਂ ਨੂੰ ਵੀ ਜਿਹੜੀ ਮਸ਼ੀਨਰੀ ਹੈ, ਹੈਪੀ ਸੀਡਰ ਹੈ, ਮਲਚਰ ਹੈ, ਉਹ ਇੱਥੋਂ ਤੱਕ ਕਹਿੰਦਾ ਜਿਹੜੇ ਕੰਬਾਈਨ ਹਾਰਵੈਸਟਰ ਹੈ ਨਾ, ਉਹਨੂੰ ਫ੍ਰੀ ਆਫ ਕਾਸਟ ਮੁਹੱਈਆ ਕਰਾਓ ਤੁਸੀਂ, ਤਾਂ ਜੋ ਪਰਾਲੀ ਦੀ ਸਮੱਸਿਆ ਜਿਹੜੀ ਉਹਦਾ ਹੱਲ ਹੋ ਸਕੇ। ਇਹ ਸੁਪਰੀਮ ਕੋਰਟ ਨੇ ਕਿਹਾ ਸੀ, 6 ਨਵੰਬਰ 2019 ਦਾ ਆਰਡਰ ਹੈ। ਪਰ ਇਹ ਗੱਲ ਹੋਈ, ਕੋਈ ਇੰਪਲੀਮੈਂਟ ਹੋਇਆ ਇਸ ਤੇ? ਜੋ ਗੱਲ ਕਹੀ ਗਈ ਸੀ ਸਰਕਾਰਾਂ ਨੂੰ, ਉਸ ਤੇ ਸੁਪਰੀਮ ਕੋਰਟ ਦੇ ਆਰਡਰਾਂ ਤੇ ਕਿੱਥੇ ਗੱਲ ਪਹੁੰਚੀ? ਪੰਜਾਬ ਸਰਕਾਰ ਹੈ ਜਿਹਨੇ ਪੂਰਾ ਮੁਆਵਜ਼ਾ ਰਿਲੀਜ਼ ਨਹੀਂ ਕਰਿਆ। 2 ਜ਼ਿਲ੍ਹਿਆਂ ਦੀ ਅਮਾਉਂਟ ਇਹਨਾਂ ਨੇ, ਮਤਲਬ ਜਿਹੜਾ ਐਫੀਡੈਵਿਟ ਚੀਫ ਸੈਕਟਰੀ ਦਾ 900 ਕਰੋੜ ਰੁਪਇਆ ਰਿਲੀਜ਼ ਹੋਇਆ ਪੰਜਾਬ ਦਾ। ਹਰਿਆਣੇ ਨੇ ਸਾਰਾ ਪੈਸਾ ਦੇ ਚੁੱਕਿਆ, ਹਰਿਆਣਾ, ਯੂਪੀ ਦੇ ਚੁੱਕੀ ਹੈ, ਦਿੱਲੀ ਦਾ ਜਿੰਨਾ ਏਰੀਆ ਉਹਨੇ ਕਿੰਨਾ ਦੇਣਾ ਸੀ, ਕਿੰਨਾ ਦਿੱਤਾ? ਦੇਖੋ ਫਿਲਹਾਲ ਤੇ ਇਹਨਾਂ ਕੋਲੇ ਐਪਲੀਕੇਸ਼ਨਾਂ ਪਈਆਂ ਜਿਹੜੀਆਂ ਫਾਰਮਰਸ ਨੇ ਅੰਡਰਟੇਕਿੰਗ ਦਿੱਤੀਆਂ ਵੀ ਅਸੀਂ ਅੱਗ ਨਹੀਂ ਲਾਈ, ਅਸੀਂ ਸਮਾਲ ਤੇ ਮਾਰਜਨਲ ਫਾਰਮਰ ਆ, ਸਾਨੂੰ ਮੁਆਵਜ਼ਾ 2400 ਰੁਪਏ ਪ੍ਰਤੀ ਏਕੜ ਵਾਲਾ ਦਿਓ। ਅੱਛਾ, ਜਿਨ੍ਹਾਂ ਨੇ ਅੱਗ ਨਹੀਂ ਸੀ ਲਾਈ ਹੈਗੀ, ਛੋਟੇ ਕਿਸਾਨ ਸੀਗੇ, 2.5 ਏਕੜ ਤੱਕ ਤੇ 5 ਏਕੜ ਤੱਕ ਦੇ, ਤੇ ਉਹਨਾਂ ਨੂੰ 2400 ਰੁਪਇਆ ਪ੍ਰਤੀ ਏਕੜ ਦੇਣਾ ਸੀ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੇ, ਪਰ ਨਹੀਂ ਦਿੱਤਾ। ਉਹ ਨਹੀਂ ਦਿੱਤਾ, ਸੁਪਰੀਮ ਕੋਰਟ ਤੋਂ ਆਰਡਰ ਕਰਵਾਤੇ ਸੀ ਇਹ। ਤੇ ਹੁਣ ਜਿਹੜਾ ਉਸ ਤੋਂ ਅੱਗੇ ਜਿਹੜਾ ਆਰਡਰ ਹੈ 13/1/2020 ਨੂੰ 20 ਆਰਡਰ ਕਰ ਰਿਹਾ ਸੁਪਰੀਮ ਕੋਰਟ, ਜਿਸ 'ਚ ਇਹ ਉਹਨਾਂ ਨੂੰ ਕੰਪਰੀਹੈਂਸਿਵ ਪਲਾਨ ਬਣਾ, ਸਰਕਾਰਾਂ ਨੂੰ, ਸੈਂਟਰਲ ਸਟੇਟ ਗਵਰਨਮੈਂਟਸ ਨੂੰ, ਕਿ ਤੁਸੀਂ ਜਿਹੜਾ ਇਹਦਾ ਹੱਲ ਪੱਕਾ ਕਰੋ। ਜਿਵੇਂ ਮੈਂ ਮੰਗ ਰਿਹਾ ਸੀ ਵੀ 2400 ਰੁਪਇਆ ਤੁਸੀਂ ਪ੍ਰਤੀ ਏਕੜ ਤਾਂ ਇਸ ਵਾਰ ਦੇਤਾ, ਨੈਕਸਟ ਟਾਈਮ ਤੋਂ ਤੁਸੀਂ 2400 ਰੁਪਇਆ ਪਹਿਲਾਂ ਹੀ ਦੇ ਦਿਓ, ਸੀਜ਼ਨ ਆਉਣ ਤੋਂ, ਠੀਕ ਹੈ, ਝੋਨੇ ਨੂੰ ਅੱਗ ਲਾਉਣ ਤੋਂ ਪਹਿਲਾਂ ਹੀ ਦੇ ਦਿਓ, ਕਿਸਾਨਾਂ ਦੇ ਅਕਾਊਂਟਸ 'ਚ ਦੇ ਦਿਓ ਵੀ ਤੁਹਾਨੂੰ 2400 ਰੁਪਇਆ ਪ੍ਰਤੀ ਏਕੜ ਅਸੀਂ ਦੇ ਰਹੇ ਹਾਂ, ਚਾਹੇ ਵੱਡਾ ਕਿਸਾਨ ਹੈ, ਛੋਟਾ ਕਿਸਾਨ ਹੈ, ਤੁਸੀਂ ਪਰਾਲੀ ਨੂੰ ਅੱਗ ਨਾ ਲਾਇਓ, ਇਹਦਾ ਸਮਾਧਾਨ ਤੇ ਹੱਲ ਹੋ ਜਾਣਾ। ਬਟ ਇਹਨਾਂ ਨੇ ਹੁਣ ਤੱਕ ਪਹਿਲਾਂ ਹੀ ਨਹੀਂ ਰਿਲੀਜ਼ ਕੀਤਾ। ਇਹ ਮੈਂ ਪਿਛਲੀ ਡੇਟ ਤੇ ਵੀ ਕਿਹਾ ਸੀ, ਤੁਸੀਂ ਨਿਊਜ਼ ਵੀ ਆਈ ਸੀ ਬਹੁਤ, ਪੰਜਾਬ ਗਵਰਨਮੈਂਟ ਨੇ ਕਹਿਤਾ ਵੀ COVID-19 ਦੀ ਵਜ੍ਹਾ ਨਾਲ ਸਾਡੇ ਕੋਲ ਫੰਡ ਅਵੇਲੇਬਲ ਨਹੀਂ ਹੈ। ਸੈਂਟਰ ਤੋਂ ਵੀ ਪੁੱਛਿਆ, ਸੈਂਟਰ ਨੇ ਵੀ ਕਹਿਤਾ ਵੀ ਅਸੀਂ ਤਾਂ MSP ਦੇ ਰਹੇ ਹਾਂ, ਅਸੀਂ ਹੋਰ ਪੈਸੇ ਨਹੀਂ ਦੇ ਸਕਦੇ। ਜਿਹੜੀ ਅੱਜ ਸਭ ਤੋਂ ਕੁਐਸਚਨੇਬਲ ਗੱਲ ਹੋਈ ਹੈ ਉਹ ਇਹ ਹੋਈ ਹੈ ਕਿ ਇੱਕ ਐਪਲੀਕੇਸ਼ਨ ਮੂਵ ਕੀਤੀ ਗਈ ਹੈ। ਮੈਂ ਉਹ ਕਹੂੰਗਾ ਉਹ ਮਿਸਚੀਵੀਅਸ ਹੈ, ਉਹ ਸ਼ਰਾਰਤੀਪਨ ਹੈ। ਪੰਜਾਬ 'ਚ ਤਾਂ ਪਹਿਲਾਂ ਹੀ ਵੱਡਾ ਐਜੀਟੇਸ਼ਨ ਚੱਲ ਰਿਹਾ। ਕਿਹੜੀ MSP ਮਿਲਦੀ ਹੈ? ਜਿਵੇਂ ਸਰਕਾਰੀ EMPLOYEES ਨੂੰ 6ਵਾਂ 7ਵਾਂ 8ਵਾਂ ਕਮਿਸ਼ਨ ਮਿਲਦਾ ਹੈ, ਉਦਾਂ MSP ਵੱਧਦੀ ਹੈ ਕਦੇ 5 ਰੁਪਏ 10 ਰੁਪਏ? ਉਹ ਮੈਂ ਮੰਗਿਆ ਹੋਇਆ ਸਾਰਾ ਕੁਝ ਪਟੀਸ਼ਨ 'ਚ। ਉਹ ਤੇ ਕੀ ਅੱਜ ਜਿਹੜੀ ਸੁਝਾਅ ਆਇਆ, ਹਾਂ ਅੱਜ ਜਿਹੜਾ ਸੁਝਾਅ ਉਹ ਐਪਲੀਕੇਸ਼ਨ 'ਚ ਆਇਆ ਕਿ ਤੁਸੀਂ ਇਦਾਂ ਕਰੋ, ਅਗਰ ਤੁਸੀਂ ਇਹਨੂੰ ਅੱਗ ਲੱਗਣ ਤੋਂ ਰੋਕਣਾ, ਤੁਸੀਂ MSP ਰੋਕ ਲਓ ਕਿਸਾਨਾਂ ਦੀ। ਜਿਹੜਾ ਅੱਗ ਲਾਉਂਦਾ ਹੈ ਉਹਨੂੰ MSP ਨਾ ਦਿਓ ਤੁਸੀਂ। ਕਿਸਾਨਾਂ ਦੇ ਬਿਲਕੁਲ ਉਲਟਾ ਗੱਲ ਹੈ, ਇਹ ਤੇ ਅੱਗ ਲਾਉਣ ਵਾਲਾ ਕੰਮ ਹੈ। MSP ਤਾਂ ਪਹਿਲਾਂ ਹੀ ਨਹੀਂ ਮਿਲਦੀ ਪਈ, ਪਹਿਲਾਂ ਹੀ ਰੌਲਾ ਪਿਆ ਹੋਇਆ। MSP ਨੂੰ ਲੈ ਕੇ ਤਾਂ ਇਸ ਵੇਲੇ ਸਰਕਾਰ, ਜਿਹੜੇ ਕਿਸਾਨ ਨੇ ਉਹ ਸੜਕਾਂ ਤੇ ਨੇ, ਇਹੀ ਬਿਲਕੁਲ ਐਕਟ ਬਣ ਗਏ ਨੇ ਪਹਿਲਾਂ ਹੀ। ਉਹ ਤਾਂ ਪਹਿਲਾਂ ਹੀ ਇੰਪੈਡੀਮੈਂਟ ਨੇ
ਕਿਸਾਨ ਨੂੰ ਕਿਹੜੀ ਐਮਐਸਪੀ ਮਿਲਦੀ ਪਈ ਹੈ। ਮੈਂ ਆਬਜੈਕਟ ਕੀਤਾ ਤੇ ਕੋਰਟ, ਕਿਉਂਕਿ ਇਹ ਜਿਹੜੀ ਨਵੀਂ ਕੋਰਟ ਹੈ ਆਨਰੇਬਲ ਚੀਫ ਜਸਟਿਸ ਦੀ ਕੋਰਟ ਹੈ, ਪਹਿਲਾਂ ਜਿਹੜੀ ਕੋਰਟ ਸੀ ਉਹ ਜਸਟਿਸ ਅਰੁਣ ਮਿਸ਼ਰਾ ਤੇ ਦੀਪਕ ਗੁਪਤਾ ਦਾ ਬੈਂਚ ਸੀ, ਉਹ ਰਿਟਾਇਰ ਹੋ ਗਏ ਤੇ ਹੁਣ ਕੇਸ ਆ ਗਿਆ ਮੁੱਖ ਚੀਫ ਜਸਟਿਸ ਜੀ। ਤੇ ਚੀਫ ਜਸਟਿਸ ਦੀ ਕੋਰਟ 'ਚ ਮੈਂ ਪਰੂਜ਼ ਵੀ ਕਰਾਇਆ ਆਰਡਰ। ਉਹਨਾਂ ਨੇ ਕਿਹਾ ਵੀ ਕਿਹੜੀਆਂ ਆਪਣੇ ਪੱਖ ਰੱਖਿਆ, ਦਲੀਲਾਂ ਦਿੱਤੀਆਂ। ਮੈਂ ਤੇ ਇਹ ਗੱਲ ਕਲੀਅਰ ਕਰਤੀ ਕਿ ਇਹ ਜਿਹੜਾ ਐਮਐਸਪੀ ਬੰਦ ਕਰਨ ਵਾਲਾ ਤਾਂ ਬਹੁਤ ਵੱਡਾ ਕੁਐਸਚਨ ਹੈ। ਜਿਹੜੀ ਮੇਰੀ ਤੁਸੀਂ ਪਿੱਲ ਟਰਾਂਸਫਰ ਕੀਤੀ ਹੋਈ ਹੈ ਹਾਈ ਕੋਰਟ ਤੋਂ, ਉਹ 'ਚ ਮੈਂ ਮੰਗਿਆ ਐਮਐਸਪੀ ਸਾਰੀਆਂ ਫਸਲਾਂ ਦਾ ਹੋਣਾ ਚਾਹੀਦਾ ਔਰ ਖਰੀਦ ਵੀ ਸਰਕਾਰੀ ਏਜੰਸੀਆਂ ਕਰਨ। ਉਹ ਵਾਲੀ ਪਟੀਸ਼ਨ ਵੀ ਮੇਰੀ ਕਾਲ ਹੋਈ ਹੈ ਤੇ ਕੋਰਟ ਨੇ ਅੱਜ ਇਹ ਦਲੀਲਾਂ ਅਪੋਜ਼ ਮੈਂ ਕੀਤਾ ਵੀ ਐਪਲੀਕੇਸ਼ਨ ਮਿਸਚੀਵੀਅਸ ਹੈ। ਕੋਰਟ ਨੇ ਬੇਸ਼ੱਕ ਨੋਟਿਸ ਕੀਤਾ ਉਹਦੇ 'ਚ ਔਰ ਅਗਲੇ ਹਫਤੇ ਲਈ ਜਿਹੜਾ ਕੇਸ ਦੀ ਸੁਣਵਾਈ ਰੱਖ ਲਈ ਹੈ ਦੁਬਾਰਾ ਤੋਂ। ਜਿਹੜੀ ਗੱਲ ਸੀਗੀ ਕਿ 2400 ਰੁਪਇਆ ਦਿੱਤਾ ਜਾਊਗਾ, ਪਹਿਲਾਂ ਉਹ ਬਾਅਦ ਵਿੱਚ ਵਾਲਾ ਸੀਗਾ ਤੇ ਹੁਣ ਤੁਸੀਂ ਮੰਗ ਕੀਤੀ ਸੀਗੀ ਕਿ ਜੇ ਪਰਾਲੀ ਨੂੰ ਅੱਗ ਲੱਗਣ ਤੋਂ ਬਚਾਉਣੀ ਹੈ, ਵਾਤਾਵਰਣ ਨੂੰ ਬਚਾਉਣਾ ਹੈ, ਕਿਉਂਕਿ ਤੁਹਾਡੇ ਯਾਦ ਹੋਵੇ ਤੇ ਟਿੱਪਣੀਆਂ ਹੁੰਦੀਆਂ ਸੀਗੀਆਂ ਕਿ ਗੈਸ ਚੈਂਬਰ ਬਣ ਗਈ ਦਿੱਲੀ, ਉਦੋਂ ਟਿੱਪਣੀਆਂ ਹੋਈਆਂ ਸੀਗੀਆਂ ਜੱਜ ਸਾਹਿਬਾਨ ਦੇ ਵੱਲੋਂ ਤੇ ਦੁਬਾਰਾ ਇਸ ਤਰ੍ਹਾਂ ਨਾ ਹੋਵੇ ਕਿ 2400 ਰੁਪਇਆ ਤੁਸੀਂ ਪਹਿਲਾਂ ਦੇ ਦਿਓ। ਇਸ ਤੇ ਗੱਲ ਕਿੱਥੇ ਖੜੀ ਆ ਹੁਣ? ਉਹੀ ਤੁਹਾਨੂੰ ਮੈਂ ਦਿਖਾਣਾ। ਇਹ ਗੱਲ ਹੈਗੀ ਨਵੰਬਰ 2019 ਦੀ। ਗੈਸ ਚੈਂਬਰ ਬਣ ਗਿਆ ਉਸ ਟਾਈਮ। ਮੈਂ ਕੋਰਟ ਦੇ ਹਰ ਹੀਅਰਿੰਗ ਦੇ ਵਿੱਚ ਮੈਂ ਪ੍ਰੈਜ਼ੈਂਟ ਹੁੰਦਾ ਸੀ ਵੀ ਕੋਈ ਪੱਖ ਰਹਿ ਨਾ ਜਾਵੇ ਕਿਸਾਨਾਂ ਦਾ। ਆਹ ਦੇਖੋ 13/1/2020 ਦਾ ਆਰਡਰ ਤੁਸੀਂ ਦਿਖਾ ਸਕਦੇ ਹੋ। ਇਹ ਆਰਡਰ ਤੁਸੀਂ ਇੱਕ ਵਾਰ ਪੜ੍ਹੋ। ਸਭ ਤੋਂ ਪਹਿਲਾਂ ਜਿਹੜਾ 57 ਨੰਬਰ ਪੈਰੇ 'ਚ ਹੈ ਉਹ 'ਚ ਕਿਹਾ ਹੈ ਕਿ with respect to preventing stubble burning, let a comprehensive plan be prepared and be placed before this court, including the action taken. Let crop residuary management is prepared, its use inter alia as fertilizer, cattle food, biofuel be also worked out. Let the final decision be taken with respect to any incentive and disincentive of rupees 100 per quintal and in situ farming 100 per quintal। ਇਹ ਪੰਜਾਬ ਗਵਰਨਮੈਂਟ ਦਾ ਐਫੀਡੇਵਿਟ ਹੈ ਵੀ 1 ਕਿੱਲੇ ਦੇ ਵਿੱਚ 24 ਕੁਇੰਟਲ ਝੋਨਾ ਹੁੰਦਾ। ਠੀਕ ਹੈ, 2400 ਰੁਪਇਆ ਬਣ ਗਿਆ, ਮਤਲਬ 100 ਰੁਪਇਆ ਪ੍ਰਤੀ ਕੁਇੰਟਲ ਤੇ 2400 ਰੁਪਇਆ ਪ੍ਰਤੀ ਏਕੜ। ਇਹ ਆਰਡਰ ਹੈ 13। ਇਹ ਆਰਡਰ ਦਿਖਾ ਦਿਓ ਤੁਸੀਂ। ਇਹ ਹੈਗਾ 13/1 ਦਾ ਜੀ। ਇਹ 13/1/2020 ਦਾ ਆਰਡਰ ਹੈ। ਜਿਹੜਾ ਆਰਡਰ ਨਵੰਬਰ 'ਚ ਹੋਇਆ ਉਹ ਹੈਗਾ 6 ਨਵੰਬਰ 2019 ਦਾ। ਇਹਦੇ ਵਿੱਚ ਉਹਨਾਂ ਨੇ ਕਹਿਤਾ 100 ਰੁਪਇਆ ਦਿਓ। ਉਦੋਂ ਮੈਨੂੰ ਸੁਣ ਕੇ ਕਹਿਤਾ ਸੀ ਵੀ ਜਿਹਨੇ ਅੱਗ ਨਹੀਂ ਲਵਾਈ ਉਹਨਾਂ ਨੂੰ 100 ਰੁਪਇਆ ਦੇ ਦਿਓ। ਉਹ ਤੋਂ ਬਾਅਦ ਕੋਰਟ ਮੇਰੇ ਨਾਲ ਐਗਰੀ ਕਰਕੇ ਕਹਿੰਦਾ ਕਿ ਤੁਸੀਂ ਹੁਣ ਐਕਟ ਤੇ ਪਾਲਿਸੀ ਇਹ ਗਵਰਨਮੈਂਟ ਨੇ ਬਣਾਣੀ ਹੈ ਨਾ, ਕੋਰਟ ਨੇ ਨਹੀਂ ਬਣਾਣੀ। ਕੋਰਟ ਨੇ ਤਾਂ ਡਾਇਰੈਕਸ਼ਨ ਕਰਨੀ ਹੈ, ਤੁਸੀਂ ਬਣਾਓ। ਹੁਣ ਇਹ ਤੋਂ ਵੱਡਾ ਆਰਡਰ ਕੀ ਹੋ ਸਕਦਾ ਸੀ ਸੈਂਟਰਲ ਤੇ ਸਟੇਟ ਗਵਰਨਮੈਂਟ ਲਈ ਕਿ ਤੁਸੀਂ 100 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਪੱਕਾ ਐਕਟ ਜਾਂ ਕੋਈ ਤੁਸੀਂ ਪਾਲਿਸੀ ਬਣਾ ਕੇ ਆਓ ਜਿਹੜੀ ਤੁਸੀਂ ਹਰ ਸਾਲ ਕਿਸਾਨਾਂ ਨੂੰ ਦਿਓ। ਅਸੀਂ ਹਰ ਸਾਲ ਕਿੱਦਾਂ ਕੋਰਟ ਹਰ ਸਾਲ ਆਰਡਰ ਥੋੜੋ ਨਾ ਕਰੂਗੀ ਕੋਰਟ। ਬਿਲਕੁਲ, ਹਰ ਵਾਰ ਥੋੜੋ ਹੁਣ ਪਟੀਸ਼ਨਾਂ ਦਾਇਰ ਹੋਣਗੀਆਂ, ਹਰ ਵਾਰ ਹੀਅਰਿੰਗ ਹੋਊਗੀ, ਹਰ ਵਾਰ ਅਦਾਲਤਾਂ ਫੈਸਲੇ ਸੁਣਾਉਣਗੀਆਂ। ਇਦਾਂ ਥੋੜੋ ਹੋਊਗਾ। ਇਦਾਂ ਇਹੀ ਆਰਡਰ ਇਹ ਤੋਂ ਵੱਡਾ ਇਹ ਆਰਡਰ ਹੈ। ਇਹ ਆਰਡਰ ਪਾਸ ਕੀਤਾ ਹੋਇਆ ਪਰ ਹੁਣ ਸਰਕਾਰ ਵੱਲੋਂ ਕੋਈ ਪੇਸ਼ ਹੋਇਆ ਐਡਵੋਕੇਟ ਜਨਰਲ, ਸੋਲਿਸਿਟਰ ਜਨਰਲ, ਕੋਈ ਕੀ ਕੁਝ ਹੋਇਆ? ਦੇਖੋ ਸੋਲਿਸਿਟਰ ਜਨਰਲ ਆਫ ਇੰਡੀਆ ਨੇ ਇਹ ਮੇਰੀ ਗੱਲ ਨਾਲ ਐਗਰੀ ਕੀਤਾ ਕਿ ਵੀ MSP ਨਾਲ ਖਿਲਵਾੜ ਨਹੀਂ ਹੋ ਸਕਦਾ। whatever orally he has contended today itself before the bench that MSP can't be disturbed। ਉਹ ਤਾਂ ਪਹਿਲਾਂ ਹੀ ਲੋਅਰ ਸਾਈਡ ਤੇ ਹੈ। ਬਿਲਕੁਲ। ਉਹ ਇੱਕ ਜਿਹੜਾ ਕੁਐਸਚਨ ਇਹ ਹੈ ਜੇ ਹੁਣ ਅੱਗੇ ਵਾਲਾ ਜਿਹੜਾ ਇਹ 'ਚ ਆਰਡਰ 'ਚ 13 ਵਾਲੇ 'ਚ ਹੋਇਆ ਇਹੀ 6 ਨਵੰਬਰ ਵਾਲੇ 'ਚ ਹੈ, ਸਮਾਲ ਮਾਰਜਨਲ ਫਾਰਮਰਸ ਨੂੰ ਸਾਰੀ ਜਿਹੜਾ ਮੈਕੈਨਿਜ਼ਮ ਹੈ ਤੁਸੀਂ ਫ੍ਰੀ ਆਫ ਕਾਸਟ ਜਿਹੜਾ ਉਹ ਪ੍ਰੋਵਾਈਡ ਕਰਨਾ। ਇਹ ਸੈਕੰਡ ਪੈਰੇ 'ਚ ਇੱਥੋਂ ਤੱਕ ਬਣਾਇਆ ਹੋਇਆ ਕਿ ਕੰਬਾਈਨ ਹਾਰਵੈਸਟਰ ਜਿਹੜਾ ਕੰਬਾਈਨ 30 ਲੱਖ ਦਾ ਸੁਣ ਕੇ ਸੁਪਰੀਮ ਕੋਰਟ ਨੇ ਇੱਥੋਂ ਤੱਕ ਕਹਿਤਾ ਸੀ ਵੀ ਕੰਬਾਈਨ ਹਾਰਵੈਸਟਰ ਵੀ ਤੁਸੀਂ ਮੁਹੱਈਆ ਕਰਾਓ ਕਿਸਾਨਾਂ ਨੂੰ। ਸਰ ਪੜੋ ਨਾ, ਇਹ ਦੇਖੋ ਕੰਬਾਈਨ ਹਾਰਵੈਸਟਰ, ਹੈਪੀ ਸੀਡਰ, ਹਾਈਡ੍ਰੋਲਿਕਲੀ ਰਿਵਰਸੀਬਲ MP ਪਲੋ, ਪੈਡੀ ਸਟਰਾ ਚੋਪਰ, ਮਲਚਰ, ਰੋਟਰੀ ਸੈਲਸ਼ਰ, zero till seed drill and rotavators and baler especially dedicated to small and marginal farmer। ਸਰਕਾਰ ਕਹਿੰਦੀ ਹੈ ਕਿ ਅਸੀਂ ਦਿੱਤਾ ਏ ਕਿ ਅਸੀਂ ਸਬਸਿਡੀਆਂ ਤੇ ਦਿੱਤੇ ਨੇ, ਹੈਪੀ ਸੀਡਰ ਦਿੱਤੇ ਨੇ ਕੁਝ ਹੱਦ ਤੱਕ। ਸਰ ਮੈਂ ਐਪਲੀਕੇਸ਼ਨ ਇੱਕ ਮੂਵ ਕੀਤੀ ਹੈ ਸੁਪਰੀਮ ਕੋਰਟ ਜਿਹਦੇ ਵਿੱਚ ਕਿਸਾਨਾਂ ਨੂੰ ਇਹੀ ਨਹੀਂ ਪਤਾ ਲੱਗਾ, ਹੁਣ ਦੀ ਗੱਲ ਹੈ 2020 ਦੀ, ਉਹਨਾਂ ਨੇ ਅਪਲਾਈ ਕੀਤਾ ਕਿ ਸਾਨੂੰ ਤੁਸੀਂ ਸਬਸਿਡੀ ਤੇ ਪ੍ਰੋਵਾਈਡ ਕਰੋ। ਕਹਿੰਦੇ ਨਹੀਂ ਜੀ DC ਜਿਹੜਾ ਹੈ ਉਹ ਲੋਟਰੀ ਸਿਸਟਮ ਦੇ ਨਾਲ ਇਹ ਮੁਹੱਈਆ ਕਰਾਊਗਾ। ਡਰਾ ਸਿਸਟਮ ਉਹ ਲੋਟਰੀ ਸਿਸਟਮ ਡਰਾ ਸਿਸਟਮ ਦੇ ਨਾਲ ਉਹਨਾਂ ਦਾ ਗ੍ਰੀਵੀਐਂਸ ਹੈ ਵੀ ਅਸੀਂ ਪੈਸੇ ਲੈ ਕੇ ਵੀ ਖੜੇ ਆ ਵੀ ਸਾਨੂੰ ਤੁਸੀਂ ਸਬਸਿਡੀ ਤੇ ਦੇ ਦਿਓ। ਐਪਲੀਕੇਸ਼ਨਾਂ ਬਹੁਤ ਆਈਆਂ, ਮਿਲਿਆ ਨਹੀਂ ਬਹੁਤ। ਤੁਸੀਂ ਕਿਸੇ ਮੈਂ ਸੰਗਰੂਰ ਦੀ, ਅੰਮ੍ਰਿਤਸਰ ਦੀ, ਅਲੱਗ-ਅਲੱਗ ਜ਼ਿਲ੍ਹਿਆਂ ਦੇ ਜਿਹੜੇ ਮੇਰੇ ਨਾਲ ਸੰਪਰਕ 'ਚ ਨੇ ਉਹਨਾਂ ਦਾ ਔਨ ਰਿਕਾਰਡ ਪਿਆ ਹੋਇਆ ਹੈ। ਵਕੀਲ ਸਾਹਿਬ ਇੱਕ ਇਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਮਸ਼ੀਨ
ਪਹਿਲਾਂ ਆਉਂਦੀ ਸੀਗੀ ਜਦੋਂ ਉਹ ਸਰਕਾਰ ਦੇ ਥਰੂ ਆਉਣ ਲੱਗੀ ਹੈਪੀ ਸੀਡਰ ਸਬਸਿਡੀ ਉਹਦਾ ਰੇਟ ਹੀ ਵੱਧ ਗਿਆ। ਇਹ ਮੇਰੀ ਇਹ ਪ੍ਰੇਅਰ ਵੀ ਹੈ। ਤੁਸੀਂ ਮੈਂ ਇਹ ਕਿਹਾ ਵੀ ਕੋਰਟ ਜਿਹੜਾ ਇਹ ਫੰਡ ਹੈ ਨਾ ਐਗਰੀਕਲਚਰ ਦੇ ਨਾਂ ਤੇ, ਇੱਕ ਤਾਂ ਯੂਨੀਵਰਸਿਟੀਆਂ ਐਗਰੀਕਲਚਰ ਯੂਨੀਵਰਸਿਟੀਆਂ ਇਹਨੂੰ ਮਤਲਬ ਮਿਸਯੂਜ਼ ਕਰ ਰਹੀਆਂ। ਇੱਕ ਕਿਸਾਨੀ ਦੇ ਨਾਂ ਤੇ ਜਿਵੇਂ ਡਿਫੈਂਸ ਦਾ ਫੰਡ ਹੈ, ਇਹ ਜਿੰਨੇ ਸੰਸਥਾ ਬਣੀਆਂ ਹੋਈਆਂ ਨੇ, ਜਿਵੇਂ ਹੁਣ ਸਬਸਿਡੀ ਹੈ, ਸਬਸਿਡੀ ਆਂਦੀ ਤਾਂ ਸੈਂਟਰ ਜਾਂ ਸਟੇਟ ਤੋਂ ਆਂਦੀ ਹੈ ਨਾ, ਹੈ ਤਾਂ ਉਹ ਟੈਕਸੇਬਲ ਟੈਕਸ ਵਾਲਾ ਇਨਕਮ ਜਿਹੜੀ ਲੱਗਣੀ ਹੈ। ਇਹਨਾਂ ਨੇ ਕੀ ਕੀਤਾ ਹੋਇਆ, ਇਹਨਾਂ ਨੇ ਲਾਇਸੈਂਸ ਉਹਨਾਂ ਇੰਡਸਟਰੀਜ਼ ਨੂੰ ਆਥੋਰਾਈਜ਼ ਕੀਤਾ ਹੋਇਆ ਜਿਨ੍ਹਾਂ ਦਾ ਇਹਨਾਂ ਨਾਲ ਸਾਂਡ ਗਾਂਡ ਹੈ। ਕੋਈ ਜਿਹੜੀ ਮਸ਼ੀਨ ਦੀ ਵੈਸੇ ਕਾਸਟ ਲੱਖ ਰੁਪਇਆ ਹੈ, ਉਹਨਾਂ ਨੇ ਪਹਿਲਾਂ ਹੀ 2 ਲੱਖ ਰੱਖੀ ਹੋਈ ਹੈ। ਕਿਸਾਨ ਉਹ ਸਾਡੇ ਮਈਅਰ ਪੂਰੇ ਕਰਦੇ ਨੇ, ਅਸੀਂ ਤਾਂ ਲਾਈ ਆ। ਉਹ ਪੁੱਛਿਆ ਜਾਂਦਾ ਸੀ, ਪੁੱਛਦੇ ਆ। ਇੱਕ ਗੁਜਰਾਤ ਮਾਡਲ ਹੈ, ਉਹਦੇ 'ਚ ਇਹ ਹੈ ਵੀ ਕਿਸਾਨ ਜਿੱਥੋਂ ਮਰਜ਼ੀ ਲਵੇ ਆਪਣਾ ਸਬਸਿਡੀ ਮਿਲੂਗੀ, ਬਿੱਲ ਲਿਆਵੇ, ਉਹਨੂੰ 50% ਸਬਸਿਡੀ ਦੇ ਦਿਓ। ਇਹ ਵੀ ਕੰਟੈਂਸ਼ਨ ਹੈ। ਦੇਖੋ ਹੁਣ ਕੁਐਸਚਨ ਇਹ ਹੈ, ਉਹ ਜਿਹੜਾ ਪਟੀਸ਼ਨ ਜਿਹਦੇ ਵਿੱਚ ਇਹ ਸੁਣਵਾਈ ਹੋ ਰਹੀ ਹੈ, ਅਸਲ ਵਿੱਚ ਉਹ ਹੈ MC ਮਹਿਤਾ ਵਰਸਸ ਯੂਨੀਅਨ ਆਫ ਇੰਡੀਆ 1985 ਦੀ ਇਨਵਾਇਰਨਮੈਂਟ ਵਾਲੀ ਰਿਟ ਪਟੀਸ਼ਨ ਹੈ। ਉਹਦੇ ਵਿੱਚ ਕੋਲ ਦਾ ਪੂਰੇ ਇੰਡੀਆ ਦਾ ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਹੈ, ਜਿਵੇਂ MC ਦਾ ਕੋਈ ਜੁਰਿਸਡਿਕਸ਼ਨ ਦੇ ਵਿੱਚ ਟੋਏ ਖੱਡੇ ਭਰਨ ਵਾਲਾ ਕਿਸੇ ਵੀ ਕਿਸਮ ਦਾ এনवायरमेंट ਦਾ ਇਸ਼ੂ ਆ, ਉਹ ਚਾਹੁੰਦਾ। ਚਲੋ ਵਕੀਲ ਸਾਹਿਬ ਫਿਰ ਇਸੇ ਇਸ਼ੂ ਤੇ ਆ ਜਾਈਏ ਵੀ ਹੁਣ ਹੀਅਰਿੰਗ ਤਾਂ ਹੋ ਗਈ ਹੈ ਅੱਜ, ਅਗਲੀ ਤਰੀਕ ਕਿੰਨੀ ਪੈ ਗਈ ਉਹ ਵੀ ਦੱਸ ਦਿਓ। 16th ਆਫ ਅਕਤੂਬਰ ਲਈ ਮੋਸਟ ਪ੍ਰੋਬਬਲੀ ਲਿਸਟ ਹੁੰਦਾ। ਵੈਸੇ ਸੁਪਰੀਮ ਕੋਰਟ ਡੇਟ ਟੈਂਟੇਟਿਵ ਆਂਦੀ ਹੈ, ਅਗਲੇ ਹਫਤੇ ਲਈ ਲਿਸਟ ਹੋਏਗਾ। ਠੀਕ ਆ। ਹੁਣ ਜਿਹੜੀ ਗੱਲ ਆ, ਦੇਖੋ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ, ਅੱਜ ਵੀ ਕਈ ਥਾਵਾਂ ਤੋਂ ਫੋਟੋਆਂ ਆਉਣੀਆਂ ਸ਼ੁਰੂ ਹੋ ਗਈਆਂ ਸੈਟੇਲਾਈਟ ਦੀਆਂ ਕਿ ਅੱਗ ਲਾਉਣ ਦੀਆਂ ਘਟਨਾਵਾਂ ਫੇਰ ਸ਼ੁਰੂ ਹੋ ਗਈਆਂ, ਪਰਚੇ ਵੀ ਹੋਣਗੇ, ਜੁਰਮਾਨੇ ਵੀ ਹੋਣਗੇ, ਸਾਰਾ ਕੁਝ ਹੋਊਗਾ। ਯਾਰ ਆਮ ਪੌਜ਼ਿੰਗ ਜੀ, ਜੁਰਮਾਨਾ ਜਿਹੜਾ ਪਹਿਲਾਂ ਲੱਗਦਾ ਸੀ, ਉਹ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਕਲੀਅਰ ਕਰ ਦੇਣਾ ਚਾਹੁੰਦਾ। ਜਿਹੜਾ ਜੁਰਮਾਨਾ NGT ਦੇ ਆਰਡਰ ਦੇ ਮੁਤਾਬਕ ਲੱਗਦਾ ਸੀ, ਉਹ ਮੈਂ ਪਹਿਲਾਂ ਹੀ ਹਾਈ ਕੋਰਟ ਤੋਂ ਸਟੇ ਕਰਾਤਾ ਸੀ, ਉਹ ਸੁਪਰੀਮ ਕੋਰਟ ਚਲਾ ਗਿਆ। ਉਹ ਹੁਣ ਸਟੇਟਸ ਕੋ ਹੈਗਾ, ਮਤਲਬ ਉਦਾਂ ਰਿਕਵਰੀ ਤੇ ਸਟੇ ਹੈ। 1 ਰੁਪਿਆ ਕਿਸੇ ਕਿਸਾਨ ਤੋਂ ਅੱਗ ਲਾਈ ਦਾ ਨਾਂ ਲਿਆ, ਉਹ ਤੋਂ ਬਾਅਦ ਜੇ ਕੋਈ ਲੈਣਗੇ ਇਹਨਾਂ ਤੇ ਕੰਟੈਂਪਟ ਬਣੂਗੀ। ਠੀਕ ਹੈ। ਪਰਚੇ ਹੋਣ ਤੱਕ ਜਿੱਥੋਂ ਦਾ ਮੁੱਦਾ ਹੈ। ਇਹ ਵੱਡੀ ਗੱਲ ਹੈ ਕਿ ਜੇ ਕੋਈ ਅੱਗ ਲਾਉਂਦਾ ਏ ਤਾਂ ਜੁਰਮਾਨਾ ਨਹੀਂ ਵਸੂਲਿਆ ਜਾ ਸਕਦਾ। 1 ਰੁਪਿਆ ਨਹੀਂ ਵਸੂਲਿਆ ਜਾ ਸਕਦਾ। ਮੇਰੇ ਕੋਲ ਆਰਡਰ ਨੇ, ਸਪੈਸੀਫਿਕ ਆਰਡਰ ਨੇ। ਹੁਣ ਸੁਪਰੀਮ ਕੋਰਟ ਚਲੇ ਗਈ ਆ ਉਹ ਪਟੀਸ਼ਨ, ਹਾਈ ਕੋਰਟ ਦੇ ਆਰਡਰ ਸੀਗੇ, ਡਿਵੀਜ਼ਨ ਬੈਂਚ ਨੇ ਉਹਨੂੰ ਕੰਟੀਨਿਊ ਕੀਤਾ, ਹੁਣ ਤਾਂ ਸੁਪਰੀਮ ਕੋਰਟ ਚਲਾ ਗਿਆ, ਉਹ ਆਰਡਰ ਮਲਜ ਹੋ ਗਿਆ। ਠੀਕ ਹੈ। ਦੂਜੇ ਨੰਬਰ ਤੇ ਜਿੱਥੋਂ ਤੱਕ ਪਰਚੇ ਦਾ ਸਵਾਲ ਹੈ, FIRs ਇਹਨਾਂ ਨੇ ਲਿਖੀਆਂ ਹੋਈਆਂ, ਉਹ ਚ ਮੇਰਾ ਜੱਦੋਜਹਿਦ ਜਾਰੀ ਹੈ। ਮੈਂ ਤਾਂ ਇੱਥੋਂ ਤੱਕ ਕਿਹਾ ਹੋਇਆ ਸੁਪਰੀਮ ਕੋਰਟ 'ਚ, ਜਦੋਂ ਇਹ ਆਪਣਾ ਪਾਰਟ ਪਰਫਾਰਮ ਨਹੀਂ ਕਰਦੇ, NGT ਦੇ ਆਰਡਰ ਨਾਲ ਵੀ ਇਦਾਂ ਹੀ ਕਰਿਆ, ਉਹਨਾਂ ਨੇ ਕਿਹਾ ਸੀ ਫ੍ਰੀ ਹੈਪੀ ਸੀਡਰ ਦੋ, ਆਪਣਾ ਪਾਰਟ ਪਰਫਾਰਮ ਨਹੀਂ ਕੀਤਾ, ਪਰਚੇ ਦਰਜ ਕਰਨੇ ਤੇ ਤੁਸੀਂ ਦੇਖੋ ਸਾਡੀ ਤਰਾਸਦੀ, ਸਾਡੇ ਮਤਲਬ ਸਿਸਟਮ ਕਿੰਨਾ ਮਤਲਬ ਉਹ ਹੋ ਗਿਆ। ਆਪਣਾ ਪਾਰਟ ਪਰਫਾਰਮ ਨਹੀਂ ਕੀਤਾ, ਕਿਸਾਨਾਂ ਤੋਂ ਲੈ ਲਓ, ਕਿਸਾਨਾਂ ਦਾ ਜਾਨ ਜਿਹੜੀ ਦੇਣੀ ਸੀਗੀ ਉਹ ਦਿੱਤੀ ਨਹੀਂ, ਜਿਹੜੀ ਇਸ ਪਰਾਲੀ ਨੂੰ ਰਹਿੰਦ ਖੂੰਦ ਨੂੰ ਖਤਮ ਕਰਨ ਵਾਸਤੇ ਮਸ਼ੀਨਰੀ ਦੇਣੀ ਸੀ ਉਹ ਦਿੱਤੀ ਨਹੀਂ, ਉਲਟਾ ਜੁਰਮਾਨੇ ਤੇ ਪਰਚਿਆਂ ਤੱਕ ਦੀ ਗੱਲ ਉਹ ਕਰ ਦਿੱਤੀ। ਸਰ ਮਸ਼ੀਨਰੀ ਉੱਥੇ ਤਾਂ ਇਹ ਕਿਹਾ ਹੋਇਆ ਸੀ ਵੀ ਤੁਸੀਂ ਕਿਸਾਨਾਂ ਦੇ ਖੇਤਾਂ ਚੋਂ ਚੱਕ ਕੇ ਪਰਾਲੀ ਇੱਕ ਜਗ੍ਹਾ ਵੀ ਦਿਓ ਪਿੰਡ ਦੇ ਵਿੱਚ ਸਾਂਝੀ, ਜਿੱਥੇ ਸਟੋਰ ਕੀਤੀ ਜਾਵੇ, ਜਾਂ ਤੁਸੀਂ ਖਰੀਦ ਕੇ ਲੈ ਕੇ ਜਾਓ, ਤੁਸੀਂ ਉਹਦੀ ਟਰਾਂਸਪੋਰਟੇਸ਼ਨ ਕਾਸਟ ਦਿਓ, ਜਾਂ ਤੁਸੀਂ ਗੱਤਾ ਫੈਕਟਰੀ ਜਾਂ ਕੋਈ ਹੋਰ ਬਾਇਓਮਾਸ ਪਲਾਂਟ ਕਾਗਜ਼ਾਂ ਚ ਲਾਤੇ, ਕਰੋੜਾਂ ਰੁਪਇਆ ਖਰਚ ਕਰਤਾ, ਤੁਸੀਂ ਇੱਕ ਸਕਸੈਸਫੁਲ ਦਿਖਾਓ ਨਾ। ਅੱਜ ਦੇ ਸਮੇਂ ਦੇ ਵਿੱਚ ਹੁਣ ਕੋਈ ਸਰਕਾਰ ਦੇ, ਹੁਣ ਕਰੋਨਾ ਚੱਲਦਾ ਸੀਗਾ, ਹੁਣ ਐਜੀਟੇਸ਼ਨ ਚੱਲਦੇ ਨੇ, ਕੋਈ ਸਾਹਮਣੇ ਆਇਆ ਵੀ ਉਹੀ ਹੈਪੀ ਸੀਡਰਾਂ ਦਿੱਤੀਆਂ ਜਾ ਰਹੀਆਂ ਨੇ ਸਬਸਿਡੀ ਤੇ, ਜਾਂ ਅੱਜ ਕੋਈ ਧਿਆਨ ਹੈ ਸਰਕਾਰ ਦਾ ਇਸ ਵੇਲੇ ਇਸ ਪਾਸਿਓਂ ਚੱਲ ਰਿਹਾ ਕੁਝ? ਖਾਨਾ ਪੂਰਤੀ ਕੀਤੀ ਜਾ ਰਹੀ ਹੈ, ਐਫੀਡੇਵਿਟ ਫਾਈਲ ਕੀਤੇ ਜਾ ਰਹੇ ਨੇ ਸੁਪਰੀਮ ਕੋਰਟ, ਮਤਲਬ ਤਾਂ ਹੀ ਪ੍ਰੈਕਟੀਕਲ ਨਹੀਂ। ਕੋਰਟ ਨੇ ਤਾਂ ਇਹ ਗੱਲ ਅਬਜ਼ਰਵ ਕੀਤੀ ਹੋਈ ਆ 6 ਨਵੰਬਰ ਵਾਲੇ ਆਰਡਰ 'ਚ ਵੀ ਇਹਦੇ ਵਿੱਚ ਕਿਸਾਨਾਂ ਦਾ ਕੋਈ ਦੋਸ਼ ਨਹੀਂ। ਜਦੋਂ ਉਹਨਾਂ ਨੇ ਸੁਣਿਆ, ਮੈਂ ਰਿਐਲਿਟੀ ਦੱਸੀ, ਅਗਰ ਕਿਸਾਨਾਂ ਨੂੰ ਤੁਸੀਂ ਰੋਕ ਕੇ ਜੇਲ੍ਹਾਂ ਭਰ ਦੋਗੇ, ਆਪਾਂ ਭੁੱਖੇ ਮਰਾਂਗੇ ਸਾਰੇ ਲੋਕ, ਕਿਉਂਕਿ ਇਹ ਉਹ ਸੀਜ਼ਨ ਹੈ ਜਿਹ 'ਚ ਕਣਕ ਲਾਉਣ ਦਾ ਟਾਈਮ ਲਾਸਟ ਅਕਤੂਬਰ ਦਾ ਲਾਸਟ ਹਫਤਾ ਹੁੰਦਾ। ਜੇ ਪਰਾਲੀ ਖੇਤਾਂ 'ਚ ਪਈ ਰਹੂਗੀ, ਕਣਕ ਕਿੱਦਾਂ ਬੀਜੂਗਾ ਕਿਸਾਨ? ਅੱਛਾ, ਬਹੁਤ ਸੁਝਾਅ ਦਿੰਦੇ ਨੇ ਲੋਕ ਜੀ, এনवायरमेंट ਖਰਾਬ ਹੁੰਦਾ ਹੈ, ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ, ਸਾਹ ਦੀ ਦਿੱਕਤ ਆਉਂਦੀ ਹੈ, ਤੁਹਾਨੂੰ ਵੀ ਸਾਨੂੰ ਵੀ ਸਾਰਿਆਂ ਨੂੰ ਪਤਾ, ਦਿੱਲੀ ਤੱਕ ਧੂਆਂ ਕਹਿੰਦੇ ਜਾਂਦਾ ਏ, ਤੇ ਇਹ ਜਿਹੜੀਆਂ ਚੀਜ਼ਾਂ ਨੇ, ਪਰ ਜਦੋਂ ਸਰਕਾਰ ਆਪਣਾ ਪਾਰਟ ਪਲੇ ਨਹੀਂ ਕਰਦੀ, ਫਿਰ ਕਿਸਾਨ ਕੀ ਕਰੇ? ਸਵਾਲ ਮੈਂ ਇਹ ਕੁਐਸਚਨ ਰੇਸ ਕੀਤਾ ਸੀ ਬੈਂਚ ਦੇ ਅੱਗੇ ਨਵੰਬਰ 'ਚ। ਕੋਰਟ ਨੂੰ ਮੈਂ ਕਿਹਾ ਸੀ ਵੀ ਤੁਸੀਂ ਇੱਕ ਵਾਰ ਡਾਟਾ ਤਾਂ ਮੰਗਾਓ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੇ। ਸੁਪਰੀਮ ਕੋਰਟ ਨੇ ਡਾਟਾ ਮੰਗਾਇਆ, ਉਹਦਾ ਡਾਟਾ ਸ਼ੌਕਿੰਗ ਆਇਆ। 28% ਪੋਲਿਊਸ਼ਨ ਦਿੱਲੀ 'ਚ ਉਸ ਦਿਨ ਹੋ ਰਿਹਾ ਸੀ, ਇਹ ਨਵੰਬਰ ਦੀ ਗੱਲ ਆ, ਉਦੋਂ ਹੋ ਸਕਦਾ ਪਰਾਲੀ ਥੋੜੀ ਬਹੁਤ ਘਟ ਗਈ ਹੋਵੇ। 28% ਹੋ ਰਿਹਾ ਸੀ ਜਿਹੜਾ ਆਵਾਜਾਈ ਵਹੀਕੂਲਰ ਕਾਰਾਂ ਤੋਂ ਹੈ, 30% ਹੋ ਰਿਹਾ ਸੀ ਇੰਡਸਟਰੀ ਤੋਂ, ਬਾਕੀ ਗੈਬੇਜ ਜਾਂ ਜਿਹੜਾ ਹੋਰ ਇਹ ਬਰਨ ਕਰਦੇ ਨੇ ਉੱਥੇ, ਉਹਦੇ ਤੋਂ, ਜਿਹੜਾ ਰੂਟੀਨ LPG ਗੈਸ ਹੈ ਉਹ ਯੂਜ਼ ਹੁੰਦੀ ਹੈ ਉਹ ਤੋਂ,
ਐਗਰੀਕਲਚਰ ਤੋਂ 5%। ਇਹ ਔਨ ਰਿਕਾਰਡ ਸੁਪਰੀਮ ਕੋਰਟ ਦਾ ਆਰਡਰ ਹੈ, ਰੀਪਰੋਡਿਊਸ ਕਰਾਇਆ ਹੋਇਆ ਮੈਂ ਆਰਡਰ ਦੇ ਵਿੱਚ। ਸਭ ਤੋਂ ਵੱਧ ਰੌਲਾ ਤਾਂ ਪਰਾਲੀ 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 ਦਾ ਹੀ ਪੈਂਦਾ। ਮੈਂ ਇਹੀ ਕਹਿੰਦਾ ਸੀ 20 ਦਿਨ ਲਈ ਅੱਗ ਲਾਉਂਦਾ ਕਿਸਾਨ, ਜਿਹੜਾ ਕਿ ਲਾਣਾ ਨਹੀਂ ਚਾਹੁੰਦਾ। ਕਿਸਾਨ ਦਾ ਕੋਈ ਦੋਸ਼ ਨਹੀਂ, ਇਹਨਾਂ ਨੇ ਉਹਨੂੰ ਹੱਲ ਨਹੀਂ ਦਿੱਤਾ ਕੋਈ। ਜਿੰਨੀਆਂ ਯੂਨੀਵਰਸਿਟੀ ਐਗਰੀਕਲਚਰ ਰਿਸਰਚ ਸੈਂਟਰ ਨੇ, ਇਹਨਾਂ ਨੂੰ ਠੱਪ ਕਰਕੇ ਜਿਹੜਾ ਇਹਨਾਂ ਤੇ ਖਰਚਾ ਹੁੰਦਾ ਕਿਸਾਨਾਂ ਨੂੰ ਦੇ ਦਿਓ ਡਾਇਰੈਕਟ ਤੁਸੀਂ। ਕਿਸਾਨ ਆਪਣਾ ਕਿਰਾਏ ਤੋਂ ਲੈ ਕੇ ਕਰਾਵੇ, ਜਿਵੇਂ ਮਰਜ਼ੀ ਨਿਪਟਾਵੇ। ਪਰ ਜੇ ਤੁਸੀਂ ਕਿਸਾਨਾਂ ਦਾ ਗਲ ਘੁੱਟੋਗੇ, ਕਿਸਾਨ ਤੇ ਪਹਿਲਾਂ ਹੀ ਮਤਲਬ ਮਰਿਆ ਹੋਇਆ। ਔਰ ਇਸ ਰੀਜ਼ਨ ਕਰਕੇ ਇਹ ਕੋਰਟ ਦੇ ਵਿੱਚ 2400 ਰੁਪਇਆ ਵੀ ਦਵਾਇਆ ਕਿਸਾਨਾਂ ਨੂੰ। ਇਹ ਪੰਜਾਬ, ਹਰਿਆਣਾ ਤੇ ਯੂਪੀ ਵਾਲਿਆਂ ਨੂੰ ਆਰਡਰ ਬਾਈ ਆਰਡਰ। ਐਡਵੋਕੇਟ ਸਾਹਿਬ ਇਹ ਪਤਾ ਲੱਗ ਸਕਦਾ ਵੀ ਜਿਹੜਾ ਜਿੰਨੇ ਪੈਸੇ ਪੰਜਾਬ ਨੂੰ ਦੇਣੇ ਚਾਹੀਦੇ ਸੀ, ਕਿੰਨੇ ਦੇਣੇ ਚਾਹੀਦੇ ਸੀ, ਕਿੰਨੀ ਅਮਾਉਂਟ ਹੈ, ਕਿੰਨੀ ਦਿੱਤੀ? ਦੇਖੋ, ਇਹ ਇਹਨਾਂ ਨੇ ਐਪਲੀਕੇਸ਼ਨਾਂ ਦੇ ਕੇ ਰੱਖੀਆਂ ਹੋਈਆਂ, ਐਫੀਡੈਵਿਟ ਇਹਨਾਂ ਦਾ ਹੈਗਾ ਜੀ, ਚ ਇਹਨਾਂ ਨੇ ਇਹ ਮੰਨਿਆ ਵੀ ਸਿਰਫ ਅਸੀਂ ਇੰਨੀ ਅਮਾਉਂਟ ਰਿਲੀਜ਼ ਕੀਤੀ ਹੈ। ਉਹ ਵੀ ਤੁਹਾਡੇ ਚੈਨਲ ਦੇ ਜ਼ਰੀਏ ਤੁਹਾਨੂੰ ਪ੍ਰੋਵਾਈਡ ਕਰ ਦਿੱਤਾ ਜਾਊਗਾ, ਜਿੱਥੇ ਚੀਫ ਸੈਕਟਰੀ ਪੰਜਾਬ ਦਾ ਐਫੀਡੈਵਿਟ ਹਾਈ ਕੋਰਟ 'ਚ ਲੱਗਾ ਹੋਇਆ। ਉਹਦੇ 'ਚ ਇਹਨਾਂ ਨੇ ਮੰਨਿਆ ਵੀ ਅਸੀਂ ਪੂਰੀ ਅਮਾਉਂਟ ਹਲੇ ਰਿਲੀਜ਼ ਨਹੀਂ ਕੀਤੀ। ਸਿਰਫ 2 ਡਿਸਟ੍ਰਿਕਟਸ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਸੀ, ਉਹਦੇ 'ਚ ਕੋਈ ਇਹਨਾਂ ਨੂੰ ਫਾਲਟ ਪੈ ਗਿਆ ਕਿਉਂਕਿ 7 ਦਿਨ 'ਚ ਰਿਲੀਜ਼ ਕਰਨ ਲਈ ਕਿਹਾ ਸੀ, ਤੇ ਉਸ ਤੋਂ ਬਾਅਦ ਇਹਨਾਂ ਨੇ 1 ਰੁਪਿਆ ਨਹੀਂ ਰਿਲੀਜ਼ ਕੀਤਾ, ਹੋਰ ਕਿਤੇ ਪਹੁੰਚੇ ਹੀ ਨਹੀਂ। ਤੇ ਜਿਹੜਾ 2400 ਰੁਪਏ ਵਾਲੀ ਗੱਲ ਹੈ, ਉਹ ਇਸ ਵਾਰ ਵੀ ਦੇਣਦਾਰ ਹੈ ਸਰਕਾਰ? ਇਸ ਵਾਰ ਆਰਡਰ ਪਿਛਲੇ ਸਾਲ ਲਈ ਸੀ, ਇਸ ਵਾਰ ਮੈਂ ਮੰਗ ਰਿਹਾ ਇਹਨਾਂ ਤੋਂ। ਅੱਜ ਵੀ ਇਸ ਗੱਲ ਕਰਕੇ ਹੀ ਕੋਰਟ ਨੇ ਕਿਹਾ, ਆਨਰੇਬਲ ਚੀਫ ਜਸਟਿਸ ਸਪੈਸ਼ਲੀ ਪ੍ਰੋਵਾਈਡ ਮੀ ਦੀ ਟਾਈਮ that Mr. Bagdi, we will heard you on the next date of hearing. I have clarified that this is the real position, this is a ground reality, the problems which the farmers are facing in reality. So the court said be on the next date of hearing ਅਸੀਂ ਤੁਹਾਨੂੰ ਸੁਣਾਵਾਂਗੇ ਡਿਟੇਲਸ। ਪਰ ਇੱਥੇ ਇੱਕ ਸਵਾਲ ਹੈ ਵੀ ਹੁਣ ਤੁਸੀਂ ਹਰ ਸਾਲ ਕਿਵੇਂ ਕੋਰਟ ਦੇ ਵਿੱਚ ਜਾਓਗੇ, ਹਰ ਸਾਲ ਕਿਵੇਂ ਉਹਨਾਂ ਤੇ ਪਾਸ ਕਰਾ ਕੇ ਲਿਆ ਕਰੋਗੇ? ਤਾਂ ਕਾਨੂੰਨ ਬਣ ਜਾਣਾ ਚਾਹੀਦਾ ਸੀਗਾ। ਇਹ ਤਾਂ ਆਰਡਰ ਹੀ ਕਰਵਾਤਾ। ਆਰਡਰ ਸੁਪਰੀਮ ਕੋਰਟ ਦੇ ਆਰਡਰ ਤੋਂ ਕੋਈ ਉੱਤੇ ਆਰਡਰ ਹੈ? ਮੈਂ ਤਾਂ ਤੁਹਾਨੂੰ ਆਰਡਰ ਦੇ ਰਿਹਾ। ਕੋਰਟ ਇਸ ਤੋਂ ਵੱਡੀ ਡਾਇਰੈਕਸ਼ਨ ਕੀ ਦੇ ਸਕਦੀ ਹੈ ਕਿ ਤੁਸੀਂ ਪਾਲਿਸੀ ਪੱਕੀ ਲੈ ਕੇ ਆਓ। ਮੈਂ ਤਾਂ ਪਹਿਰਾ ਹੀ ਇਸ ਕਰਕੇ ਪੜਿਆ। ਸਰਕਾਰ ਨੇ ਉਸ ਤੇ ਆਈ ਨਹੀਂ ਨਾ ਸਰਕਾਰ। ਹੁਣ ਕਿਉਂ ਬੈਕ ਫੁਟਿੰਗ ਤੋਂ ਦੌੜਦੇ ਆ? ਜਦੋਂ ਵੀ ਮੈਂ ਇਹਨੂੰ ਰੀਡ ਆਊਟ ਕਰਦਾ, ਐਪਲੀਕੇਸ਼ਨ ਮੂਵ ਕਰਾਈ ਹੈ ਜਾਂ ਕੀਤੀ ਹੈ ਕਿਸੇ ਨੇ, ਇਹ ਵੀ ਕੁਐਸਚਨੇਬਲ ਹੈ। ਇਹ ਕੌਣ ਸੀ ਪਤਾ ਨਹੀਂ ਲੱਗਿਆ, ਕਿਸੇ ਦੇ ਵੱਲੋਂ ਸੀਗਾ ਇਹ ਵੀ ਨਹੀਂ ਪਤਾ ਲੱਗਿਆ। ਇਹ ਵੱਡੀ ਰਸ਼ ਹੈ। ਇੱਕ ਐਡਵੋਕੇਟ ਸਾਹਿਬ ਨੇ ਉਹਨਾਂ ਨੇ ਫਾਈਲ ਕੀਤੀ ਹੈ। ਕਿਹਦੇ ਵੱਲੋਂ ਫਾਈਲ ਕੀਤੀ ਹੈ? ਕਿਉਂਕਿ ਮੈਨੂੰ ਕਾਪੀ, ਐਡਵਾਂਸ ਕਾਪੀ ਵੈਸੇ ਦੇਣੀ ਬਣਦੀ ਹੈ, ਮੈਨੂੰ ਤਾਂ ਕਾਪੀ ਨਹੀਂ ਮਿਲੀ। ਇੱਕ ਉੱਥੇ ਆਨਲਾਈਨ ਹੀਅਰਿੰਗ ਹੁੰਦੀ ਹੈ, ਫਾਈਲਿੰਗ ਵੀ ਆਨਲਾਈਨ ਹੀ ਹੁੰਦੀ ਹੈ, ਸੁਪਰੀਮ ਕੋਰਟ ਜਾਣ ਦੀ ਤੁਹਾਨੂੰ ਲੋੜ ਨਹੀਂਗੀ। ਇੱਥੋਂ ਹੀ ਆਨਲਾਈਨ ਹੀ ਆਰਗੂਮੈਂਟਸ ਹੁੰਦੇ ਨੇ। ਮੈਨੂੰ ਡੀਟੇਲ 'ਚ ਸੁਣਿਆ, ਮੈਂ ਇਹ ਵੀ ਰੇਜ਼ ਕੀਤਾ ਵੀ ਇਹਦੀ ਕਾਪੀ ਵੀ ਜਿਹੜੀ ਹੈ ਸਾਨੂੰ ਪ੍ਰੋਵਾਈਡ ਕੀਤੀ ਜਾਵੇ। ਚਲੋ, ਬਹੁਤ ਧੰਨਵਾਦ ਚਰਨਪਾਲ ਸਿੰਘ ਬਾਗੜੀ ਜੀ ਗੱਲਬਾਤ ਕਰਨ ਦੇ ਲਈ। ਸੋ ਅਸੀਂ ਇਹ ਗੱਲਬਾਤ ਇਸ ਲਈ ਦਿਖਾਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਬਹੁਤ ਸਾਰੀਆਂ ਕਾਰਵਾਈਆਂ ਹੋ ਸਕਦੀਆਂ ਨੇ। ਪਰ ਜਿਵੇਂ ਐਡਵੋਕੇਟ ਸਾਹਿਬ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਵੱਲੋਂ ਡਾਇਰੈਕਸ਼ਨਸ ਕੀਤੀਆਂ ਹੋਈਆਂ ਨੇ। ਪਿਛਲੇ ਸਾਲ ਵੀ 2400 ਰੁਪਏ ਪ੍ਰਤੀ ਏਕੜ ਦੇਣ ਦੀ ਗੱਲ ਸੀਗੀ, ਉਹ ਸਰਕਾਰ ਨੇ ਹਾਲੇ ਤੱਕ ਨਹੀਂ ਦਿੱਤਾ, ਤੇ ਇਹ ਵੀ ਕੋਸ਼ਿਸ਼ ਹੈ ਕਿ ਇਸ ਵਾਰ ਵੀ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਪਰ ਪਾਲਿਸੀ ਜਿਹੜੀ ਬਣਾਉਣੀ ਸੀਗੀ ਉਹ ਬਣਾਈ ਨਹੀਂ, ਮਸ਼ੀਨਰੀ ਜਿਹੜੀ ਦਿੱਤੀ ਸੀ ਦੇਣੀ ਸੀਗੀ ਉਹ ਦਿੱਤੀ ਨਹੀਂ ਹੈਗੀ। ਉਲਟਾ ਇੰਨਾ ਜ਼ਰੂਰ ਹੈ ਕਿ ਤੁਸੀਂ ਜੁਰਮਾਨੇ ਨਾ ਦਿਓ, ਕਿਉਂਕਿ ਇਹ ਜਿਹੜਾ ਪਿਛਲੀ ਵਾਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਆਰਡਰ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਹਾਲੇ ਇਹ ਗੱਲ ਚੱਲ ਰਹੀ ਹੈ, ਤੇ ਜੁਰਮਾਨਾ ਨਹੀਂ ਕੀਤਾ ਜਾ ਸਕਦਾ, ਜੁਰਮਾਨਾ ਨਹੀਂ ਵਸੂਲਿਆ ਜਾ ਸਕਦਾ। ਪਰ ਇੰਨਾ ਜ਼ਰੂਰ ਹੈ ਕਿ ਵਾਤਾਵਰਣ ਨੂੰ ਬਚਾਉਣ ਦੇ ਲਈ ਜੇ ਕੋਈ ਕੋਸ਼ਿਸ਼ ਆਪਣੇ ਤੌਰ ਤੇ ਚਾਹਵੇ, ਜੇ ਉਹ ਉਹਦਾ ਸਰਦਾ ਹੈ ਕਿ ਪਰਾਲੀ ਨੂੰ ਅੱਗ ਲਾਏ ਨਾ ਬਿਨਾ, ਪਰਾਲੀ ਨੂੰ ਨਾ ਅੱਗ ਲਾਏ ਬਿਨਾ ਉਹਦਾ ਸਰਦਾ, ਤਾਂ ਜ਼ਰੂਰ ਵਾਤਾਵਰਣ ਨੂੰ ਬਚਾਉਣ ਲਈ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ। ਫਿਲਹਾਲ ਸਰਕਾਰਾਂ ਨੂੰ ਨੀਤੀਆਂ ਬਣਾਉਣ ਦੀ ਲੋੜ ਹੈ ਤੇ ਕਿਸਾਨ ਦੀ ਬਾਂਹ ਫੜਨ ਦੀ ਲੋੜ ਹੈ। ਕੈਮਰਾਮੈਨ ਪ੍ਰਵਿੰਦਰ ਦੇ ਨਾਲ ਰਣਬੀਰ ਸਿੰਘ ਰਾਣਾ।